ਜਾਨਵਰਾਂ ਦੇ ਵਿੱਚ ਅੱਜ ਕੱਲ੍ਹ ਆਮ ਪਾਈ ਜਾਣ ਵਾਲੀ ਬਿਮਾਰੀ 3 ਡੇ ਸਿਕਨੈਸ, ਜਿਹਨੂੰ ਵੇਲ ਲੰਗੜੀ ਦਾ ਬੁਖਾਰ ਵੀ ਕਹਿੰਦੇ ਆ। ਫਾਰਮਰ ਕਾਫੀ ਪਰੇਸ਼ਾਨ ਹੈ ਕਿਉਂਕਿ ਦੁੱਧ ਦੇਣ ਵਾਲਾ ਜਾਨਵਰ ਯਕਦਮ ਆਪਣਾ ਦੁੱਧ ਘਟਾ ਦਿੰਦਾ, ਬੁਖਾਰ ਦੀ ਰੇਸ਼ੋ ਬਹੁਤ ਵੱਧ ਜਾਂਦੀ ਹੈ ਜਾਨਵਰਾਂ ਦੇ ਵਿੱਚ, ਜਿਹਦੀ ਵਜ੍ਹਾ ਤੋਂ ਜਾਨਵਰ ਚਾਰਾ ਵਗੈਰਾ ਖਾਣਾ ਪੀਣਾ ਬਿਲਕੁਲ ਘੱਟ ਕਰ ਦਿੰਦੇ ਨੇ। ਅੱਜ ਦੀ ਵੀਡੀਓ 'ਚ ਤੁਹਾਨੂੰ ਬਕਾਇਦਾ ਇਹਦਾ ਹੱਲ ਦੱਸਾਂਗੇ, ਲੇਕਿਨ ਦੱਸਣ ਤੋਂ ਪਹਿਲੇ ਤੁਹਾਨੂੰ ਤਾਰਫ ਕਰਾਵਾਂਗੇ ਅੱਜ ਦੇ ਮਹਿਮਾਨ ਦਾ। ਡਾਕਟਰ ਗੁਲਾਮ ਰਸੂਲ ਸਾਹਿਬ ਜਿਹੜੇ ਲਾਈਫ ਸਟਾਕ ਦੇ ਬਹੁਤ ਬਿਹਤਰੀਨ ਡਾਕਟਰ ਹੈ, ਵਰਕਰ ਹੈ, ਸਰਜਨ ਡਾਕਟਰ ਹੈ, ਸਰਜਰੀ ਵੀ ਬਹੁਤ ਆਲਾ ਕਰਦੇ ਨੇ, ਤੇ ਅੱਜ ਤੁਹਾਨੂੰ ਦੱਸਣਗੇ ਬਕਾਇਦਾ ਵਿਲ ਦੇ ਬਾਰੇ ਕਿ ਇਹਦਾ ਹੱਲ ਕੀ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ। अस्सलाम वालेकुम हाजरीन। सब तो पहले दसना कि विल 3 डे सिकनेस या बैफ या लंगड़ी का बुखार ये होंदा क्यों है। ये होंदा है मच्छरों की वजह तो। ਜਦੋਂ ਬਾਰਿਸ਼ਾਂ ਤੋਂ ਬਾਅਦ ਟੈਂਪਰੇਚਰ ਵੱਧ ਜਾਂਦਾ ਹੈ ਤੇ ਪਾਣੀ ਖੜਾ ਹੋ ਜਾਂਦਾ ਹੈ, ਉਸ ਵਕਤ ਮੱਛਰਾਂ ਦੀ ਤਾਦਾਦ ਵੱਧ ਜਾਂਦੀ ਹੈ। ਉਹ ਮੱਛਰ ਜਿਹੜੇ ਹੈਗੇ ਨੇ ਬਿਮਾਰ ਜਾਨਵਰ ਨੂੰ ਕੱਟਦੇ ਨੇ, ਉਥੋਂ ਬਿਮਾਰੀ ਲੈ ਕੇ ਜਦੋਂ ਸਿਹਤਮੰਦ ਜਾਨਵਰ ਨੂੰ ਕੱਟਦੇ ਨੇ ਬਿਮਾਰੀ ਉਹਦੇ 'ਚ ਮੁੰਤਕਿਲ ਕਰਦੇ ਨੇ। ਇਹਦੇ ਵਿੱਚ ਹੁੰਦਾ ਕੀ ਹੈ, ਬੁਖਾਰ ਬਹੁਤ ਤੇਜ਼ ਹੋ ਜਾਂਦਾ ਹੈ, 104 5 6 ਬੁਖਾਰ ਹੁੰਦਾ ਹੈ, ਨੱਕ 'ਚ ਪਾਣੀ ਆਉਂਦਾ ਹੈ, ਮੂੰਹ 'ਚ ਪਾਣੀ ਆਉਂਦਾ ਹੈ, ਅੱਖਾਂ 'ਚ ਪਾਣੀ ਆਉਂਦਾ ਹੈ। ਉਸ ਤੋਂ ਬਾਅਦ ਇਹਨਾਂ ਦੇ ਪੱਠਿਆਂ ਵਿੱਚ ਸ਼ਦੀਦ ਦਰਦ ਹੁੰਦੀ ਜਾਨਵਰ ਦੇ, ਔਰ ਜੋੜਾਂ ਵਿੱਚ ਸ਼ਦੀਦ ਦਰਦ ਹੁੰਦੀ ਹੈ, ਜਿੰਦੇ ਵਜ੍ਹਾ ਤੋਂ ਜਿਹੜਾ ਕਮਜ਼ੋਰ ਜਾਨਵਰ ਹੁੰਦਾ ਉਹ ਤਾਂ ਬਿਲਕੁਲ ਬੈਠ ਜਾਂਦਾ ਬਲਕਿ ਲੇਟ ਜਾਂਦਾ ਹੈ। ਤੇ ਜਿਹੜਾ ਦੁੱਧ ਵਾਲਾ ਜਾਨਵਰ ਦਾ ਸਿਹਤਮੰਦ ਹੁੰਦਾ ਹੈ ਉਹਦੀ ਦੁੱਧ ਦੀ ਪੈਦਾਵਾਰ ਘਟ ਜਾਂਦੀ ਹੈ, ਲੰਗੜਾਣਾ ਸ਼ੁਰੂ ਕਰ ਦਿੰਦਾ ਹੈ। ਤੇ ਗੋਸ਼ਤ ਵਾਲਾ ਜਿਹੜਾ ਜਾਨਵਰ ਹੁੰਦਾ ਹੈ ਉਹ ਵੀ ਜਦੋਂ ਬੁਖਾਰ ਹੁੰਦਾ ਹੈ, ਦਰਦਾਂ ਹੁੰਦੀਆਂ ਨੇ ਜੋੜਾਂ 'ਚ ਪੱਠਿਆਂ 'ਚ, ਤੇ ਉਹ ਵੀ ਖਾਣਾ ਘੱਟ ਕਰ ਦਿੰਦਾ ਤੇ ਉਹਦੀ ਵੀ ਜਿਹੜੀ ਗੋਸ਼ਤ ਦੀ ਪੈਦਾਵਾਰ ਹੈ ਉਹ ਘਟ ਜਾਂਦੀ ਹੈ। ਇਸ ਵਜ੍ਹਾ ਤੋਂ ਜਿਹੜੇ ਫਾਰਮਰ ਹੈਗਾ ਉਹਨੂੰ ਬੇਤਹਾਸ਼ਾ ਨੁਕਸਾਨ ਹੁੰਦਾ ਹੈ। ਇਸ ਬਿਮਾਰੀ 'ਚ ਜਿਹੜਾ ਜਾਨਵਰ ਦੁੱਧ ਤੋਂ ਇੱਕ ਵਾਰ ਨਸ ਗਿਆ, ਉਹ ਇਸ ਮੌਸਮ ਸ਼ਦੀਦ ਮੌਸਮ ਵਿੱਚ ਉਹ ਦੁਬਾਰਾ ਦੁੱਧ 'ਤੇ ਮੁਸ਼ਕਲ ਹੀ ਹੈ ਉਸ ਸੀਜ਼ਨ 'ਚ ਆਏ। ਉਹ ਅਗਲੇ ਸੀਜ਼ਨ ਵਿੱਚ ਹੀ ਪਾਰਚੂਰੇਸ਼ਨ ਤੋਂ ਬਾਅਦ, ਡਿਲੀਵਰੀ ਤੋਂ ਬਾਅਦ ਹੀ ਦੁੱਧ 'ਤੇ ਆਏਗਾ। ਇਸ ਵਜ੍ਹਾ ਤੋਂ ਇਹ ਬਿਮਾਰੀ ਬੜੀ ਆਮ ਹੋ ਗਈ ਹੈ। ਤੇ ਇਹਦਾ ਹੱਲ ਇਹ ਹੈ ਕਿ ਸਭ ਤੋਂ ਪਹਿਲੇ ਤਾਂ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਜਿਹੜੇ ਹੈਗੇ ਨਾ ਪਾਣੀ ਜਿੱਥੇ ਖੜਾ ਹੈ, ਸ਼ੈੱਡ ਦੇ ਅੰਦਰ ਖੜਾ ਹੈ, ਸ਼ੈੱਡ ਦੇ ਬਾਹਰ ਖੜਾ ਹੈ, ਉਹਨੂੰ ਸਾਫ਼ ਕਰੋ। ਉਸ ਤੋਂ ਬਾਅਦ ਮੱਛਰ ਮਾਰ ਸਪਰੇਅ ਜਿਹੜਾ ਹੈਗਾ ਆਪਣੇ ਸ਼ੈੱਡ ਦੇ ਅੰਦਰ ਉਹ ਰੈਗੂਲਰਲੀ 5ਵੇਂ ਦਿਨ 7ਵੇਂ ਦਿਨ ਤੁਸੀਂ ਲਾਜ਼ਮੀ ਕਰੋ। ਟਰਾਈਕਲੋਰੋਫਾਨ ਦਾ ਵੀ ਕਰ ਸਕਦੇ ਹੋ, ਸਾਈਪਰਮੈਥਰੀਨ ਕਰ ਸਕਦੇ ਹੋ, ਡੈਲਟਾ ਮੈਥਰੀਨ ਕਰ ਸਕਦੇ ਹੋ, ਜਿਹਦੇ ਤੋਂ ਮੱਛਰ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਲ ਕਰਨ ਵਿੱਚ ਜਾਂ ਉਹਨਾਂ ਨੂੰ ਇਰੈਡੀਕੇਸ਼ਨ ਵਿੱਚ, ਉਹਨਾਂ ਦੀ ਰਿਮੂਵਲ ਵਿੱਚ ਮਦਦ ਮਿਲਦੀ ਹੈ। ਇਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਇਸ ਜਿਹੜਾ ਜਦੋਂ ਜਾਨਵਰ ਬਿਮਾਰ ਹੋ ਜਾਂਦਾ ਹੈ ਨਾ, ਪਰੇਸ਼ਾਨ ਬਿਲਕੁਲ ਨਹੀਂ ਹੋਣਾ। ਉਹਦੇ ਵਿੱਚ ਤੁਸੀਂ ਉਹਨੂੰ ਐਵੇਂ ਕਰਨਾ ਹੈ ਕਿ ਇੱਕ ਕੋਈ ਅੱਛਾ ਜਿਹਾ ਪੇਨ ਕਿਲਰ ਲਾਣਾ ਹੈ, ਕਿਉਂਕਿ ਉਹਨਾਂ ਦੇ ਜੋੜਾਂ 'ਚ ਪੱਠਿਆਂ 'ਚ ਦਰਦ ਹੈ, ਬੁਖਾਰ ਵੀ ਹੈਗਾ। ਤੁਸੀਂ ਅੱਛਾ ਪੇਨ ਕਿਲਰ ਲਾਓ, ਅੱਛੇ ਬ੍ਰਾਂਡ ਦਾ ਲਾਓ, ਜਿਸ ਤਰ੍ਹਾਂ ਟਰਾਈਕਿਓਰ ਹੈ, LCI ਦਾ, ਇਹ ਲਗਾਓ ਤੇ ਉਹਦਾ ਜਿਹੜਾ ਬੁਖਾਰ ਵੀ ਟੁੱਟੇਗਾ, ਜੋੜਾਂ ਦੀ ਦਰਦ ਵੀ ਖਤਮ ਹੋਏਗੀ। ਇਸ ਤੋਂ ਇਲਾਵਾ ਜਾਨਵਰ ਖਾਂਦਾ ਪੀਂਦਾ ਨਹੀਂ ਹੈ, ਉਹਨੂੰ ਮਲਟੀਵਾਈਟਾਮਿਨਸ ਦੀ ਵੀ ਜ਼ਰੂਰਤ ਹੁੰਦੀ। ਤੁਸੀਂ ਮਲਟੀਵਾਈਟਾਮਿਨ ਲਾਜ਼ਮੀ ਇਸਤੇਮਾਲ ਕਰੋ, ਕਿਸੇ ਅੱਛੇ ਬ੍ਰਾਂਡ ਦੇ ਇਸਤੇਮਾਲ ਕਰ ਲਓ, ਐਮੀਵਾਈਕੋਮ ਇਸਤੇਮਾਲ ਕਰ ਲਓ, ਵਾਈਟੋਰਸ ਇਸਤੇਮਾਲ ਕਰ ਲਓ, ਕੋਈ ਵੀ ਅੱਛਾ ਤੁਹਾਨੂੰ ਲੱਗਦਾ ਹੋਵੇ ਬ੍ਰਾਂਡ, ਉਹਦੇ ਮਲਟੀਵਾਈਟਾਮਿਨ ਜ਼ਰੂਰ ਇਸਤੇਮਾਲ ਕਰੋ। ਨਾਲ ਉਹਦਾ ਮਿਨਰਲ ਮਿਕਸਰ ਵੀ ਇਸਤੇਮਾਲ ਕਰਨਾ ਤਾਂ ਕਿ ਉਹਦੀ ਦੁੱਧ ਦੀ ਪੈਦਾਵਾਰ ਜਿਹੜੀ ਨਾ ਉਹ ਘੱਟ ਤੋਂ ਘੱਟ ਮੁਤਾਸਰ ਹੋਵੇ, ਤੇ ਗੋਸ਼ਤ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਵੀ ਘੱਟ ਤੋਂ ਘੱਟ ਮੁਤਾਸਰ ਹੋਵੇ। ਇਸ ਤੋਂ ਬਾਅਦ ਕੀ ਹੁੰਦਾ ਹੈ, ਜਦੋਂ ਨੱਕ 'ਚ ਪਾਣੀ ਆਉਂਦਾ ਹੈ, ਉਹਦੇ 'ਚ ਆਖਰੀ ਸਟੇਜ ਜਾਂ ਲੇਟਰ ਸਟੇਜ ਜਿਹੜੀ ਹੈ ਉਹਦੇ ਵਿੱਚ ਉਹਨੂੰ ਨਮੂਨੀਆ ਵੀ ਆਉਂਦਾ ਹੈ, ਨੱਕ 'ਚ ਪਾਣੀ ਵੀ ਆਉਂਦਾ ਹੈ। ਤੇ ਮੈਂ ਤਾਂ ਇਸ ਤਰ੍ਹਾਂ ਹੀ ਕਰਨਾ, ਉਹਦੇ ਵਿੱਚ ਨਾ ਨਫਲੋਰ ਯਾਨੀ ਫਲੋਰਫੈਨੀਕੋਲ ਇਸਤੇਮਾਲ ਕਰਨਾ ਹੈ। ਇੱਕ ਡੋਜ਼ ਲਾਵੀ ਦੀ ਹੈ ਜਾਂ ਦੂਸਰੀ ਡੋਜ਼ ਦੀ ਘੱਟ ਹੀ ਜ਼ਰੂਰਤ ਪੇਸ਼ ਆਉਂਦੀ ਹੈ, ਤੇ ਉਹ ਇਨਸ਼ਾਅੱਲਾ ਜਾਨਵਰ ਜਿਹੜਾ ਹੈਗਾ ਨਾ ਸਹੀ ਹੋ ਜਾਂਦਾ ਹੈ। 1-2 ਦਿਨਾਂ ਜਾਨਵਰ ਬਿਲਕੁਲ ਚੱਲਣਾ ਫਿਰਨਾ ਸਹੀ ਸ਼ੁਰੂ ਕਰ ਦਿੰਦਾ, ਖਾਣਾ ਪੀਣਾ ਸਹੀ ਕਰ ਦਿੰਦਾ ਹੈਗਾ। ਇਹ ਇਹਦਾ ਇਲਾਜ ਹੈਗਾ। ਇਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਜਾਨਵਰ ਜਿਹੜਾ ਉਹਨੂੰ ਮੁਸਲਸਲ ਮਿਨਰਲ ਮਿਕਸਚਰ ਇਸਤੇਮਾਲ ਕਰੋ, ਆਪਣੇ ਜਾਨਵਰ ਦੀ ਫੀਡਿੰਗ ਅੱਛੀ ਕਰੋ, ਵੰਡਾ ਅੱਛੀ ਕੁਆਲਿਟੀ ਦਿਓ ਤਾਂ ਕਿ ਜਾਨਵਰ ਸਿਹਤਮੰਦ ਰਹੇ। ਜਾਨਵਰ ਜਿੰਨਾ ਤਾਕਤਵਰ ਹੋਏਗਾ ਉਹਦੀ ਇਮਿਊਨਿਟੀ ਉਨੀ ਅੱਛੀ ਹੋਏਗੀ, ਉਹਦੀ ਬਿਮਾਰੀ ਉਹਦੇ ਜਿਸਮ 'ਤੇ ਗਲਤ ਅਟੈਕ ਕਰੇਗੀ, ਤੇ ਜਿੰਨਾ ਕਮਜ਼ੋਰ ਜਾਨਵਰ ਹੋਏਗਾ ਉਨੀ ਬਿਮਾਰੀ ਜ਼ਿਆਦਾ ਅਟੈਕ ਕਰੇਗੀ। ਇਸ ਵਜ੍ਹਾ ਤੋਂ ਮਿਨਰਲ ਮਿਕਸਚਰ, ਮਲਟੀਵਾਈਟਾਮਿਨਸ ਤੇ ਵੰਡਾ ਅੱਛੀ ਕੁਆਲਿਟੀ ਦੇਣਾ, ਅੱਛੀ ਕੁਆਲਿਟੀ ਦੇ ਫੀਡ ਸਾइलेज देना ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਕਿ बीमारी का अटैक कम तो कम होए, बीमारी तो भी घट तो घट मुतासर होए। अच्छा सर, एक बात बताएं, आया कि इसकी वैक्सीन भी मौजूद है? जी बिल्कुल। पंजाबी। बवाइन एफीमेरल फीवर या 3 डे सिकनेस इनकी वैक्सीन ही मौजूद है। सब तो बेहतर हल तो यही है तुसी जानवर की वैक्सीन कराओ, हमेशा रैगूलरली वैक्सीन कराओ ताकि ये जानवर किसी बीमारी आवे ही ना जिद वजह तो जो फार्मर है उनका माशी नुकसान इन द फार्म ऑफ मतलब दुध तो गोश्त होवे ही ना। और क्योंकि ये जी बीमारी है ना ज़्यादा जोड़े जानवर है ना मतलब क्रॉस या प्योर जानवर जोड़े बड़े सेंसिटिव जानवर होंगे उन्होंने ज़्यादा अटैक करती है, तो वो बहुत ज़्यादा अच्छी एवरेज दे रहे होंगे दुध की, कमर्शियली बड़े वायबल होंगे ने, बड़े प्रॉफिट दे रहे होंगे ने, तो उन्हें बीमारी आ जाए दुध की पैदावार घट जाती तो बड़ा माशी नुकसान होता है। इस वजह तो ज़रूरी है कि तुम अपने जानवरों की वैक्सीन ही कराओ ताकि बीमारी आए ना।
ਜੀ ਉਮੀਦ ਕਰਦਾ ਫਾਰਮਰ ਹਜ਼ਰਾਤ ਨੂੰ ਇਹ ਗੱਲ ਪ੍ਰੋਪਰ ਸਮਝ ਆ ਗਈ ਹੋਣੀ ਕਿ ਅਗਰ ਵਿਲ ਦਾ ਬੁਖਾਰ ਹੁੰਦਾ ਹੈ ਜਾਨਵਰ ਨੂੰ ਤੇ ਘਬਰਾਉਣਾ ਨਹੀਂ, ਉਹਦਾ ਪ੍ਰੋਪਰ ਟ੍ਰੀਟਮੈਂਟ ਕਰਨਾ ਹੈ। ਤੇ ਅਗਰ ਗੱਲ ਕਰੀਏ ਦੇਸੀ ਚੀਜ਼ ਦੀ, ਤੇ ਤੁਸੀਂ ਇਹਦੇ ਵਿੱਚ ਸਭ ਤੋਂ ਪਹਿਲੇ ਮਸਰ ਲੈਣੇ ਆ ਸਾਬਤ, ਇੱਕ ਪਾਓ, 1.5 ਕਿਲੋ ਪਾਣੀ ਦੇ ਵਿੱਚ ਉਹਨੂੰ ਉਬਾਲ ਲੈਣਾ ਅੱਛੀ ਤਰ੍ਹਾਂ। 2 ਤੋਂ 3 ਪਿਆਜ਼ ਜਿਹੜੇ ਆ ਕੱਟ ਕੇ ਉਹਦੇ ਅੰਦਰ ਪਾ ਲੈਣੇ ਤੇ ਉਹਨੂੰ ਅੱਛੀ ਤਰ੍ਹਾਂ ਉਬਾਲ ਕੇ ਜਦੋਂ ਅੱਛੀ ਤਰ੍ਹਾਂ ਗਲ ਜਾਏ, ਮਿਕਸ ਹੋ ਜਾਏ, ਤੁਸੀਂ ਠੰਡਾ ਕਰਕੇ ਜਾਨਵਰ ਨੂੰ ਖਿਲਾ ਦੇਣਾ ਤੇ ਇਨਸ਼ਾਅੱਲਾ ਤੁਹਾਡਾ ਜਾਨਵਰ ਬਿਲਕੁਲ ਠੀਕ ਹੋ ਜਾਏਗਾ। ਇਸ ਤੋਂ ਹਟ ਕੇ ਤੁਸੀਂ ਆਪਣੇ ਫਾਰਮ ਦੀ ਪ੍ਰੋਪਰ ਸਫਾਈ ਦਾ ਖਿਆਲ ਰੱਖੋ, ਵੈਕਸੀਨ ਕਰਵਾਓ ਤੇ ਮੱਛਰ ਮਾਰ ਸਪਰੇਅ ਵਗੈਰਾ ਰੈਗੂਲਰ ਵਕਫੇ ਨਾਲ ਕਰਵਾਉਂਦੇ ਰਹੋ ਤਾਂ ਕਿ ਤੁਹਾਡਾ ਮਾਲੀ ਨੁਕਸਾਨ ਨਾ ਹੈ। ਉਮੀਦ ਕਰਦਾ ਵੀਡੀਓ ਅੱਛੀ ਲੱਗੀ ਹੋਣੀ, ਸ਼ੇਅਰ ਕਰੋ ਤਾਂ ਕਿ ਦੂਸਰੇ ਲੋਕ ਵੇਖ ਕੇ फ़ायदा हासिल ਕਰਨ। ਸ਼ੁਕਰੀਆ।